व्यूअर्स वेलकम बैक इन आवर प्रोग्राम जी डॉक्टर साहब सवाल जान दे सैक्शन विच साडे दर्शਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਅਤੇ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1972 ਚ ਗੁਰਦੁਆਰਾ ਸਦਾਵਰਤ ਜਿਹੜਾ ਬੰਗਾਲ ਚ ਹੈ ਉਹਦੇ ਤੇ ਬੰਗਾਲੀ ਭੀੜ ਨੇ ਹਮਲਾ ਕਰਕੇ 20 ਸਿੱਖਾਂ ਨੂੰ ਜਿਹੜਾ ਉਹ ਮਾਰ ਦਿੱਤਾ ਸੀ ਜੀ। 1977 ਦੇ ਵਿੱਚ ਜਦੋਂ ਕਿ ਐਮਰਜੈਂਸੀ ਹਟੀ ਇੰਦਰਾ ਗਾਂਧੀ ਨੇ ਚੋਣਾਂ ਦੋ ਆਰਡਰ ਕੀਤੀਆਂ ਸੈਂਟਰ 'ਚ ਵੀ ਉਹ ਹਾਰ ਗਈ ਉੱਥੇ ਪ੍ਰਾਈਮ ਮਿਨਿਸਟਰ ਮੋਰਾਰਜੀ ਦੇਸਾਈ ਬਣਿਆ ਪੰਜਾਬ ਅਸੈਂਬਲੀ ਵੀ ਭੰਗ ਸੀ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਈਆਂ ਔਰ ਬਾਦਲ ਜਿਹੜਾ ਹੈ ਉਹ ਮੁੱਖ ਮੰਤਰੀ ਬਣਿਆ 1977 ਚ ਜੀ। 1984 ਦੇ ਵਿੱਚ ਹੁਣ ਬਹੁਤ ਵਾਰ ਜੂਨ 84 ਚ ਸਿਵਲੀਅਨਸ ਕਿੰਨੇ ਮਾਰੇ ਗਏ ਸਿੱਖ ਘੱਲੂਘਾਰਾ 84 ਵੇਲੇ ਫੌਜੀ ਕਿੰਨੇ ਮਾਰੇ ਗਏ ਇਹ ਹਮੇਸ਼ਾ ਹੀ ਡਿਬੇਟ ਰਹਿੰਦੀ ਹੈ ਕਿਉਂਕਿ ਸਰਕਾਰ ਨੇ ਬਹੁਤ ਘੱਟ ਫਿਗਰ ਦੱਸੀ ਹੈ। ਮੇਜਰ ਜਨਰਲ ਆਰ ਕੇ ਗੌਡ ਨੇ ਅੱਜ ਦੇ ਦਿਨ 1984 ਚ ਇਹ ਕਿਹਾ ਸੀ ਕਿ 4 ਆਫਿਸਰ 4 JCO ਤੇ 92 ਫੌਜੀ ਜਿਹੜੇ ਨੇ ਉਹ ਦਰਬਾਰ ਸਾਹਿਬ ਚ ਮਾਰੇ ਗਏ। ਹਾਲਾਂਕਿ 1987 ਚ ਨਾਗਪੁਰ ਚ ਰਾਜੀਵ ਗਾਂਧੀ ਨੇ ਕਿਹਾ ਕਿ 700 ਦੇ ਕਰੀਬ ਇੰਡੀਅਨ ਆਰਮੀ ਦੇ ਜਿਹੜੇ ਨੇ ਉਹ ਜਵਾਨ ਮਾਰੇ ਗਏ ਆਫਿਸਰਸ ਔਰ ਜਵਾਨ ਜੀ। ਔਰ ਜਿਹੜੀ ਸ਼ਰਮ ਦੀ ਗੱਲ ਸੀ ਕਿ ਜਿਹੜੇ ਮਾਰੇ ਗਏ ਉਹਨਾਂ ਨੂੰ ਕਿਵੇਂ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਜ਼ੈਲ ਸਿੰਘ ਨੇ ਫੰਕਸ਼ਨ ਕਰਕੇ ਉਹਨਾਂ ਨੂੰ ਆਨਰ ਕੀਤਾ ਮਰਿਆਂ ਨੂੰ ਵੀ ਜਿਉਂਦਿਆਂ ਨੂੰ ਵੀ। ਔਰ ਜਿਹੜੇ ਕਹਿੰਦੇ ਨੇ ਕਿ ਜੀ ਜ਼ੈਲ ਸਿੰਘ ਉਹਨੇ ਕਿਹਾ ਮੈਂ ਬਹੁਤ ਦੁਖੀ ਸੀ ਮੈਂ ਫਲਾਣਾ ਸੀ ਢਿਮਕਾ ਸੀ ਅਸੀਂ ਕਦੇ 65 71 ਦਿਆਂ ਨੂੰ ਨਹੀਂ ਸੁਣਿਆ ਵੀ ਰਾਸ਼ਟਰਪਤੀ ਭਵਨ 'ਚ ਇਵੇਂ ਕੀਤਾ। ਆਪਣੇ ਲੋਕਾਂ ਨੂੰ ਮਾਰਨ ਵਾਲਿਆਂ ਨੂੰ ਜਿਹੜਾ ਹੈ ਉਹ ਰਾਸ਼ਟਰਪਤੀ ਭਵਨ 'ਚ ਸਮਾਗਮ ਕਰਕੇ ਜ਼ੈਲ ਸਿੰਘ ਨੇ ਆਨਰ ਕੀਤਾ ਕਿ ਜੀ ਤੁਸੀਂ ਬਹੁਤ ਵੱਡੀ ਸੇਵਾ ਕੀਤੀ ਜੀ। 1984 ਦੇ ਵਿੱਚ ਅੱਜ ਦੇ ਦਿਨ ਹਰਿੰਦਰ ਸਿੰਘ ਨਾਰਵੇ ਜਿਹੜੇ ਕਿ ਇੰਡੀਆ ਦੇ ਐਂਬੈਸਡਰ ਸੀ ਨਾਰਵੇ ਚਾਰਜ ਡੀ ਅਫੇਅਰ ਇੰਡੀਅਨ ਫੋਰਨ ਸਰਵਿਸ ਤੇ ਉਹਨਾਂ ਨੇ ਪ੍ਰੋਟੈਸਟ ਦੇ ਵਿੱਚ ਆਪਣੀ ਐਂਬੈਸਡਰੀ ਛੱਡ ਦਿੱਤੀ ਸੀ ਕਿ ਸਾਡੇ ਸਭ ਤੋਂ ਮੁਕੱਦਸ ਥਾਂ ਦੇ ਉੱਤੇ ਫੌਜੀ ਹਮਲਾ ਹੋਇਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1567 ਦੇ ਵਿੱਚ ਬ੍ਰਾਜ਼ੀਲ ਚੋਂ ਅੱਜ ਦੇ ਦਿਨ ਹਜ਼ਾਰਾਂ ਜਿਊਜ਼ ਨੂੰ ਬਾਹਰ ਕੱਢਤਾ ਗਿਆ ਐਕਸਪੈਲ ਕੀਤਾ ਗਿਆ। 1756 ਚ ਬੰਗਾਲੀਆਂ ਨੇ ਕਲਕੱਤੇ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਹੈ ਉਹ ਰਿਵੋਲਟ ਕੀਤਾ ਵਿਦਰੋਹ ਕੀਤਾ ਔਰ ਉਹਨਾਂ ਨੇ 148 ਜਿਹੜੇ ਬ੍ਰਿਟਿਸ਼ ਸੋਲਜਰ ਸੀ ਉਹ ਫੜ ਲਏ ਜਿਉਂਦੇ ਔਰ ਉਹਨਾਂ ਨੂੰ ਇੱਕ ਕਾਲ ਕੋਠੜੀ ਜਿਹੀ 'ਚ ਬੰਦ ਕਰ ਦਿੱਤਾ। ਜਦੋਂ ਖੋਲ੍ਹਿਆ ਗਿਆ ਉਹਨੂੰ ਤਾਂ 123 ਜਿਹੜੇ ਨੇ ਉਹ ਦਮ ਘੁੱਟਣ ਨਾਲ ਮਰ ਗਏ ਸੀ। ਉਹਨੂੰ ਅੱਜ ਵੀ ਬ੍ਰਿਟਿਸ਼ ਹਿਸਟਰੀ ਦੇ ਵਿੱਚ ਬਲੈਕ ਹੋਲ ਕਿਹਾ ਜਾਂਦਾ ਹੈ। ਸੋ ਬਲੈਕ ਹੋਲ ਤਾਂ ਹਰ ਹਿਸਟਰੀ ਦੇ ਸਟੂਡੈਂਟ ਨੂੰ ਪਤਾ ਹੈ ਵੀ 1756 ਚ ਬੰਗਾਲੀਆਂ ਨੇ ਬੰਦ ਕਰਕੇ ਅੰਗਰੇਜ਼ਾਂ ਨੂੰ ਸਾਹ ਘੁੱਟ ਕੇ ਮਾਰਿਆ ਸੀ ਬਲੈਕ ਹੋਲ ਹੈ ਜੀ। ਪਰ ਕਿੰਨਿਆਂ ਕੁ ਸਾਡਿਆਂ ਨੂੰ ਵੀ ਪਤਾ ਹੈ ਕਿ ਵੀ ਇਹੀ ਨਹੀਂ ਕਿ ਜੂਨ 84 ਚ ਕਿਵੇਂ ਸਾਡਾ ਕਤਲੇਆਮ ਕੀਤਾ ਮਾਰਿਆ ਕਿਵੇਂ ਜਿਹੜੇ ਬਚੇ ਵੀ ਸੀ ਉਹਨਾਂ ਚੋਂ ਕਿਵੇਂ ਇੱਕ ਇੱਕ ਕਮਰੇ ਦੇ ਵਿੱਚ ਤੁੰਨ ਦਿੱਤੇ ਗਏ ਬਾਹਰੋਂ ਦਰਵਾਜ਼ੇ ਬੰਦ ਕਰ ਦਿੱਤੇ ਗਏ ਅੰਦਰ ਉਹ ਪਾਣੀ ਕਰਦੇ ਰਹੇ ਔਰ ਕਈ ਦਰਵਾਜ਼ੇ ਜਦੋਂ ਕਈ ਘੰਟਿਆਂ ਬਾਅਦ ਦਰਵਾਜ਼ੇ ਗਰਮੀ ਦਾ ਮਹੀਨਾ ਜੂਨ ਦਾ ਪਹਿਲਾ ਹਫ਼ਤਾ ਤੇ ਕਈ ਜਿਹੜੇ ਨੇ ਉਹਨਾਂ ਚੋਂ ਮਰੇ ਪਾਏ ਗਏ। ਉਹ ਸਾਡੇ ਕਿੰਨੇ ਬਲੈਕ ਹੋਲ ਹੋਏ ਨੇ ਕਿੰਨੇ ਕਮਰਿਆਂ ਚੋਂ ਜਿਹੜੇ ਨੇ ਉਹ ਮਰੇ ਹੋਏ ਨਿਕਲੇ ਨੇ ਜਿਹੜੇ ਸਰਵਾਈਵ ਕਰ ਗਏ ਸੀ ਇਹਨਾਂ ਦੇ ਬੰਬਾਂ ਗਰਨੇਡਾਂ ਨੂੰ ਵੀ ਉਹ ਸਾਡੇ ਡਜ਼ਨਸ ਆਫ ਬਲੈਕ ਹੋਲਸ ਜਿਹੜੇ ਨੇ ਉਹ ਜੂਨ 84 ਚ ਹੋਏ ਨੇ। 1837 ਦੇ ਵਿੱਚ ਵਿਕਟੋਰੀਆ ਜਿਹੜੀ 18 ਸਾਲਾਂ ਦੇ ਸੀ ਉਹਦਾ ਚਾਚਾ ਮਰ ਗਿਆ ਤੇ ਵਿਕਟੋਰੀਆ ਜਿਹੜੀ ਹੈ ਉਹ ਰਾਣੀ ਬਣੀ 18 ਸਾਲ ਦੀ ਉਮਰ 'ਚ ਇੰਗਲੈਂਡ ਦੀ 63 ਸਾਲ ਉਹਨੇ ਰਾਜ ਕੀਤਾ ਕੁਈਨ ਵਿਕਟੋਰੀਆ ਨੇ। ਉਸ ਜ਼ਮਾਨੇ ਦੇ ਸਿੱਕੇ ਵੀ ਅੱਜ ਵੀ ਕਈ ਵਾਰੀ ਘੁੰਮਦੇ ਨੇ ਪਰ ਇਹ ਉਹੀ ਕੁਈਨ ਵਿਕਟੋਰੀਆ ਦਾ ਪੀਰੀਅਡ ਹੈ ਜਦੋਂ ਕਿ ਸਿੱਖ ਰਾਜ 1849 ਦੇ ਵਿੱਚ ਲਾਰਡ ਡਲਹੌਜ਼ੀ ਨੇ ਹੜੱਪਿਆ ਔਰ ਅੰਗਰੇਜ਼ੀ ਸਲਤਨਤ ਦਾ ਹਿੱਸਾ ਬਣਾਇਆ। ਭਾਵੇਂ ਦਲੀਪ ਸਿੰਘ ਨਾਲ ਇਹ ਆਉਂਦਾ ਹੈ ਕਿ ਜੀ ਵਿਕਟੋਰੀਆ ਬੜਾ ਪਿਆਰ ਕਰਦੀ ਸੀ ਉਹਦਾ ਉਹਨੇ ਪੇਂਟਿੰਗ ਬਣਵਾਈ ਉਹਨੇ ਫਲਾਣਾ ਕੀਤਾ ਪਰ ਉਹਨੂੰ ਵੀ ਰੋਲਿਆ ਹੀ ਰੋਲਿਆ। ਇਹ ਅੰਗਰੇਜ਼ਾਂ ਦੀ ਕਰਤੂਤ ਹੈ ਜਿਹੜੀ ਹੁਣ ਵੀ ਇਹਨਾਂ ਨੇ ਫਰਵਰੀ 1984 ਚ ਕਰਤੂਤ ਦਿਖਾਈ ਹੈ ਇੰਦਰਾ ਗਾਂਧੀ ਦੀ ਮਦਦ ਕਰਕੇ ਜੀ। 1943 ਦੇ ਵਿੱਚ ਡਿਟਰੋਇਟ ਦੇ ਵਿੱਚ ਕਾਲਿਆਂ ਔਰ ਗੋਰਿਆਂ ਦੇ ਆਪਸੀ ਦੰਗੇ ਹੋਏ ਰੇਸ ਰॉयਟ ਜਿਹਨਾਂ ਨੂੰ ਕਹਿੰਦੇ ਨੇ 35 ਬੰਦੇ ਮਾਰੇ ਗਏ। 1944 ਦੇ ਵਿੱਚ ਅਮਰੀਕਾ ਨੇ ਜੈਪਨੀਜ਼ ਜਿਹੜਾ ਸਮੁੰਦਰੀ ਫਲੀਟ ਸੀ ਫਿਲੀਪੀਨਸ ਦੇ ਵਾਟਰ ਦੇ ਵਿੱਚ ਉੱਤੇ ਅਟੈਕ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਪਰਲ ਹਾਰਬਰ ਹੋ ਚੁੱਕਾ ਸੀ ਜਿਹਦੇ 'ਚ ਕਿ ਕਿੰਨੇ ਹੀ ਅਮਰੀਕੀ ਜਹਾਜ਼ ਜਿਹੜੇ ਨੇ ਉਹਨਾਂ ਨੇ ਤਬਾਹ ਕਰ ਦਿੱਤੇ ਸੀ ਜਾਪਾਨੀਆਂ ਨੇ ਅਚਾਨਕ ਅਟੈਕ ਕਰਕੇ ਜੀ। 1944 ਦੇ ਵਿੱਚ ਕਾਂਗਰਸ ਨੇ ਪਹਿਲੀ ਵਾਰ CIA ਸੈਂਟਰਲ ਇੰਟੈਲੀਜੈਂਸ ਏਜੰਸੀ ਇਸ ਨੂੰ ਬਣਾਇਆ ਔਰ 1990 ਚ ਅੱਜ ਦੇ ਦਿਨ ਨੈਲਸਨ ਮੰਡੇਲਾ ਨਿਊਯਾਰਕ ਦੀ ਧਰਤੀ ਤੇ ਉਤਰਿਆ ਔਰ ਉਸ ਤੋਂ ਬਾਅਦ ਉਹਨੇ ਅਮਰੀਕਾ ਦਾ ਦੌਰਾ ਕੀਤਾ ਉਹਨੂੰ ਰੈੱਡ ਕਾਰਪਟ ਵੈਲਕਮ ਦਿੱਤੀ ਗਈ ਕਿਉਂਕਿ 27 ਸਾਲ ਜਿਹੜਾ ਹੈ ਉਹ ਸਾਊਥ ਅਫਰੀਕਾ ਦੀਆਂ ਜੇਲ੍ਹਾਂ 'ਚ ਰਹਿਣ ਤੋਂ ਬਾਅਦ ਅਮਰੀਕਾ ਆਇਆ ਸੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਸਵਾਲ ਹੈ ਮੋਦੀ ਸਰਕਾਰ ਨੇ ਕਿਹਾ ਹੈ ਕਿ ਹਿੰਦੀ ਲਾਗੂ ਕਰਨ ਵਾਲਾ ਸਰਕੂਲਰ ਸਿਰਫ ਹਿੰਦੀ ਬੋਲਣ ਵਾਲੇ ਸੂਬਿਆਂ ਲਈ ਹੈ ਬਾਕੀ ਲਈ ਨਹੀਂ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ ਇਹ ਮਈ 27 ਦਾ ਸਰਕੂਲਰ ਹੈ ਜੀ ਔਰ ਬੜਾ ਸਪਸ਼ਟ ਸਰਕੂਲਰ ਜਿਹੜਾ ਸਾਰਿਆਂ ਹੀ
ਉਹਨਾਂ ਨੇ ਜਿਨ੍ਹਾਂ ਦੇ ਵਿੱਚ ਸੈਂਟਰਲ ਬੈਂਕ, ਮਿਨਿਸਟਰੀਜ਼, ਈਵਨ ਸੋਸ਼ਲ ਨੈਟਵਰਕਿੰਗ, ਉਹਦੇ ਤੇ ਵੀ ਕਿਹਾ ਉਹਨਾਂ ਨੇ ਕਿ ਜੀ ਸਿਰਫ ਹਿੰਦੀ ਦਾ ਇਸਤੇਮਾਲ ਕਰੋ ਜੀ ਔਰ ਬਾਕੀ ਸਭ ਜਿਹੜਾ ਅੰਗਰੇਜ਼ੀ ਬੰਦ ਕਰੋ। ਔਰ ਈਵਨ ਇੱਥੋਂ ਤੱਕ ਕਿ ਮੋਦੀ ਗਵਰਨਮੈਂਟ ਨੇ ਜਿਹੜੇ ਗੋਲਫ ਦੇ ਵਿੱਚ ਜਾਣ ਵਾਲੇ ਲੋਕ ਨੇ ਦਿੱਲੀ 'ਚ, ਉਹਨਾਂ ਦੀ ਵੀ ਲਿਸਟ ਮੰਗੀ ਹੈ ਵੀ ਕਿਹੜੇ ਕਿਹੜੇ ਗੋਲਫਰ ਨੇ। ਹੁਣ ਇਹ ਜਦੋਂ ਆ ਗਈ ਗੱਲ ਸਰਕੂਲਰ, ਬਾਦਲ ਦਾ ਤਾਂ ਅਜੇ ਤੱਕ ਮੂੰਹ ਨਹੀਂ ਖੁੱਲਿਆ ਹੈ ਕਿ ਵੀ ਤੂੰ ਉਸ ਸਟੇਟ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹਦੀ ਮਦਰ ਟੰਗ ਪੰਜਾਬੀ ਹੈ। ਉਹ ਤਾਂ ਅਸੀਂ ਦੇਖ ਹੀ ਲਿਆ ਵੀ ਲੁਧਿਆਣੇ 'ਚ ਬੋਰਡ ਵੀ ਹਿੰਦੀ 'ਚ ਲੱਗ ਗਏ, ਜੀ ਲੇਕਿਨ ਤਮਿਲਨਾਡੂ ਨੂੰ ਇਹ ਕ੍ਰੈਡਿਟ ਜਾਂਦਾ ਔਰ ਜੰਮੂ ਕਸ਼ਮੀਰ ਨੂੰ। ਜੰਮੂ ਕਸ਼ਮੀਰ ਦੇ ਉਮਰ ਅਬਦੁੱਲਾ ਨੇ ਕਿਹਾ ਵੀ ਅਸੀਂ ਬਿਲਕੁਲ ਸੈਂਟਰ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਜਾਂ ਉਰਦੂ 'ਚ ਕਰਾਂਗੇ ਜਾਂ ਅੰਗਰੇਜ਼ੀ 'ਚ ਕਰਾਂਗੇ, ਵੀ ਵਾਂਟ ਬੀ ਯੂਜ਼ਿੰਗ ਹਿੰਦੀ। ਜੀ ਜੀ ਔਰ ਤਮਿਲਨਾਡੂ 'ਚ ਬੇਸ਼ੱਕ ਉਹ ਐਮ ਕਰੁਣਾਨਿਧੀ ਹੈ DMK ਦਾ ਚੀਫ, ਜਾਂ ਜੈ ਲਲਿਤਾ ਚੀਫ ਮਿਨਿਸਟਰ, ਮਿਸਟਰ ਵਾਇਕੋ ਹੈ, ਜਿੰਨੀਆਂ ਉਹਨਾਂ ਦੀਆਂ ਪਾਰਟੀਆਂ ਨੇ ਸਾਰਿਆਂ ਨੇ ਕਿਹਾ ਕਿ ਵੀ ਇਹ ਹਿੰਦੀ ਥੋਪਣ ਵਾਲੀ ਗੱਲ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ। 1960 'ਚ DMK ਦਾ ਬਰਥ ਹੀ ਇਸ 'ਚੋਂ ਹੋਇਆ ਸੀ। ਕਰੁਣਾਨਿਧੀ ਨੇ ਪਹਿਲੀ ਵਿਕਟਰੀ ਇਹ ਲਈ ਸੀ ਵੀ ਅਸੀਂ ਹਿੰਦੀ ਨਹੀਂ ਵੜਨ ਦੇਣੀ ਹੈ ਤਮਿਲਨਾਡੂ, ਸਾਡੀ ਆਪਣੀ ਤਮਿਲ ਜ਼ਬਾਨ ਹੈ। ਔਰ ਉਹਨਾਂ ਨੇ ਮੰਗ ਕੀਤੀ ਹੈ ਤਮਿਲਨਾਡੂ ਦੇ ਲੀਡਰਾਂ ਨੇ ਕਿ ਜਿਹੜੇ ਇੰਡੀਅਨ ਸਕੈਜੂਅਲ ਕਨਸਟੀਟਿਊਸ਼ਨ ਸ਼ਡਿਊਲ ਜਿਹਨੂੰ ਉੱਥੇ ਕਹਿੰਦੇ ਨੇ ਦੇ ਵਿੱਚ ਰੀਜਨਲ ਲੈਂਗੁਏਜਸ ਮੰਨੀਆਂ ਹੋਈਆਂ, ਉਹਨਾਂ ਨੂੰ ਮਾਨਤਾ ਦਿੱਤੀ ਜਾਏ ਸਾਰੀਆਂ ਨੂੰ ਰਾਸ਼ਟਰੀ ਜ਼ਬਾਨ ਦੇ ਤੌਰ ਤੇ, ਔਰ ਹਿੰਦੀ ਐਕਸੈਪਟੇਬਲ ਨਹੀਂ। ਹੁਣ ਜਦੋਂ ਉਹਨਾਂ ਨੇ ਇੰਨਾ ਫਰਮ ਸਟੈਂਡ ਲਿਆ, ਇਹਨਾਂ ਨੂੰ ਨਜ਼ਰ ਆਇਆ ਵੀ, ਔਰ ਅੱਜ ਜਿਹੜਾ ਉਹਨਾਂ ਨੇ ਕਲੈਰੀਫਾਈ ਕੀਤਾ, ਨਹੀਂ ਨਹੀਂ ਇਹ ਤਾਂ ਜੀ ਅਸੀਂ ਇਹ ਜਿਹੜਾ ਸਰਕੂਲਰ ਹੈ ਸਿਰਫ ਹਿੰਦੀ ਸਪੀਕਿੰਗ ਏਰੀਆ ਸਟੇਟਾਂ ਲਈ ਹੈ ਕਿ ਉਹ ਹਿੰਦੀ 'ਚ ਕੰਮ ਕਰਨੇ, ਅਸੀਂ ਬਾਕੀਆਂ ਨੂੰ ਨਹੀਂ ਕਿਹਾ ਹੈ। ਔਰ ਇਸ ਕਲੀਅਰਲੀ ਇਹ ਸਰਕੂਲਰ ਔਰ ਉਸ ਤੋਂ ਬਾਅਦ ਉਹਦਾ ਫੋਲੋਅਪ ਵੀ ਕੀਤਾ ਹੈ। ਸਰਕਾਰ ਨੇ ਕਿਹਾ ਜਿਹੜਾ ਹਿੰਦੀ 'ਚ ਕੰਮ ਕਰੇਗਾ ਬੈਸਟ EMPLOYE ਉਹਨੂੰ 2000 ਰੁਪਏ ਦਾ ਅਵਾਰਡ ਹੋਏਗਾ ਐਕਸਟਰਾ, ਨੰਬਰ 2 ਨੂੰ 1500 ਦਾ ਹੋਏਗਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇੱਕ ਵਾਰ ਫਿਰ ਜਿੱਥੇ ਤਮਿਲਨਾਡੂ ਦੀ ਸਰਕਾਰ ਔਰ ਉਹਨਾਂ ਦੀਆਂ ਆਪੋਜੀਸ਼ਨ ਪਾਰਟੀਆਂ ਉਹਨਾਂ ਨੇ ਆਪਣੀ ਜ਼ਬਾਨ ਆਪਣੇ ਲੋਕਾਂ ਦੇ ਹਿੱਤਾਂ ਲਈ ਆਵਾਜ਼ ਉਠਾਈ ਹੈ, ਅਜੇ ਵੀ ਅਸੀਂ ਦੇਖ ਰਹੇ ਹਾਂ ਇਸ ਬਾਦਲ ਦੇ ਮੂੰਹ ਵੱਲ ਕਿ ਇਹ ਸਿੱਖਾਂ ਦਾ ਲੀਡਰ ਬਣਿਆ ਹੋਇਆ, ਇਹਨੇ ਮੂੰਹ 'ਚੋਂ ਇੱਕ ਅੱਖਰ ਵੀ ਨਹੀਂ ਕੱਢਿਆ। ਕਿੱਥੇ ਅਕਾਲੀ ਦਲ ਦਾ ਇਤਿਹਾਸ ਹੈ ਕਿ ਪੰਜਾਬੀ ਸੂਬੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਇਹਨੇ ਤਾਂ ਇਹਦੀ ਟ੍ਰੈਫਿਕ ਪੁਲਿਸ ਨੇ ਤਾਂ ਲਾਤੇ ਹਿੰਦੀ 'ਚ ਬੋਰਡ, ਉਹਨੇ ਕਿਹਾ ਜੀ ਉਡਾ ਦਿਓ, ਪੰਜਾਬੀ ਵੀ ਉਡਾ ਦਿਓ। ਪਰ ਅਸੀਂ ਕੰਗ੍ਰੈਚੁਲੇਟ ਕਰਦੇ ਹਾਂ ਜੰਮੂ ਕਸ਼ਮੀਰ ਦੇ ਉਮਰ ਅਬਦੁੱਲਾ ਨੂੰ ਵੀ ਔਰ ਤਮਿਲਨਾਡੂ ਦੀਆਂ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਨੂੰ ਕਿ ਉਹਨਾਂ ਨੇ ਫਰਮ ਸਟੈਂਡ ਲੈ ਕੇ ਰੋਲ ਬੈਕ ਕਰਾਇਆ ਡਿਸੀਜਨ ਜਿਹੜਾ ਕਿ ਹਿੰਦੀ ਲਾਗੂ ਕਰਨ ਦਾ ਸੀ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਲਹਿੰਦੇ ਪੰਜਾਬ ਦੇ ਕਵੀ ਸ਼ਾਹ ਹੁਸੈਨ ਦੀ ਰਚਨਾ ਨੂੰ ਚੁਣੇ। ਜੀ ਜਿਵੇਂ ਉਹਨਾਂ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਲਿਖਤ ਹੈ ਉਸ 'ਚ ਇੱਕ ਰੱਬ ਦੀ ਤਾਂਘ ਹੈ, ਔਰ ਉਹਦੇ ਲਈ ਜਿਹੜਾ ਅਲੰਕਾਰ ਵਰਤਿਆ ਉਹਨਾਂ ਨੇ ਹੀਰ ਤੇ ਰਾਂਝੇ ਦਾ ਵਰਤਿਆ। ਬੇਸ਼ੱਕ ਹੀਰ ਰਾਂਝਾ ਪੰਜਾਬੀ ਫੋਕਲੋਰ ਦੇ ਵਿੱਚ ਇਸ਼ਕ ਮਜ਼ਾਜੀ ਦੇ ਨਾਲ ਜੁੜੇ ਹੋਏ ਨੇ, ਪਰ ਬਹੁਤ ਸਾਰੀਆਂ ਥਾਵਾਂ ਤੇ ਇਸ਼ਕ ਹਕੀਕੀ ਦਾ ਬਿਆਨ ਕਰਨ ਦੇ ਲਈ ਹੀਰ ਰਾਂਝਾ, ਸੋਹਣੀ ਮਹੀਵਾਲ, ਲੈਲਾ ਮਜਨੂ, ਇਹ ਜਿਹੜੇ ਕਰੈਕਟਰ ਨੇ, ਸ਼ੀਹੀਂ ਫਰਿਆਦ, ਇਹ ਇਸਤੇਮਾਲ ਹੋਏ ਨੇ। ਭਾਈ ਗੁਰਦਾਸ ਜੀ ਦੀ ਵੀ ਇੱਕ ਵਾਰ ਦੇ ਵਿੱਚ ਜ਼ਿਕਰ ਹੈ ਇਹਨਾਂ ਦਾ ਹੀ। ਜੀ ਸੋ ਸ਼ਾਹ ਹੁਸੈਨ ਕਹਿੰਦੇ ਨੇ, ਮੈਂ ਵੀ ਝੋਕ ਰਾਂਝਣ ਦੀ ਜਾਣਾ, ਨਾਲ ਮੇਰੇ ਕੋਈ ਚੱਲੇ, ਪੈਰੀਂ ਪਾਉਂਦੀ ਮਿੰਨਤਾਂ ਕਰਦੀ, ਜਾਣਾ ਤਾਂ ਪਿਆ ਇਕੱਲੇ। ਨੈ ਵੀ ਡੂੰਗੀ ਤੁਲਾ ਪੁਰਾਣਾ, ਸੀਹਾਂ ਤਾਂ ਪੱਤਣ ਮੱਲੇ। ਜੇ ਕੋਈ ਖਬਰ ਮਿੱਤਰਾਂ ਦੀ ਲਿਆਵੇ, ਮੈਂ ਹੱਥ ਦੇ ਦੇਨੀਆਂ ਛੱਲੇ। ਰਾਤੀ ਦਰਦ ਦਿਨੇ ਦਰਮਾਂਦੀ, ਘਾਓ ਮਿੱਤਰਾਂ ਦੇ ਅੱਲੇ। ਰਾਂਝਾ ਯਾਰ ਤਬੀਬ ਸੁਣੀਂਦਾ, ਮੈਂ ਤਨ ਦਰਦ ਅਵੱਲੇ। ਕਹਿ ਹੁਸੈਨ ਫਕੀਰ ਨਮਾਣਾ, ਸਾਈਂ ਸੁਨੇੜੇ ਕੱਲੇ। ਜੀ ਸੋ ਇਹਦੇ 'ਚ ਜਿਵੇਂ ਮੈਂ ਪਹਿਲਾਂ ਹੀ ਕਿਹਾ, ਰਾਂਝੇ ਦਾ ਮੈਂ ਵੀ ਝੋਕ ਰਾਂਝਣ ਦੀ ਜਾਣਾ, ਕਿ ਮੈਂ ਵੀ ਰਾਂਝਣ ਦੀ ਗਲੀ 'ਚ ਜਾਣਾ ਹੈ, ਉਸ ਦੇ ਘਰ ਵੱਲ ਜਾਣਾ, ਨਾਲ ਮੇਰੇ ਕੋਈ ਚੱਲੇ। ਹੁਣ ਇਹ ਪਿਆਰੇ ਦੀ ਗੱਲ ਹੈ ਨਿਰੰਕਾਰ ਦੇ, ਕਿਉਂਕਿ ਰੂਹਾਨੀ ਫਕੀਰ ਨੇ ਇਹ ਉਸ ਅਲੰਕਾਰ ਨੂੰ ਰੱਬ ਵੱਲ ਜੋੜ ਕੇ ਕਹਿੰਦੇ ਨੇ ਕਿ ਮੇਰੇ ਨਾਲ ਕੋਈ ਚੱਲੇ, ਮੈਂ ਪੈਰੀਂ ਪਾਉਂਦੀ ਮਿੰਨਤਾਂ ਕਰਦੀ, ਜਾਣਾ ਤਾਂ ਪਿਆ ਇਕੱਲੇ। ਪਰ ਇਸ ਰਸਤੇ ਤੇ ਕਿਸੇ ਨੇ ਤੁਹਾਡੇ ਨਾਲ ਨਹੀਂ ਹੋਣਾ, ਇਕੱਲੇ ਹੀ ਇਹ ਸਫ਼ਰ ਤੈਅ ਕਰਨਾ ਪੈਂਦਾ। ਨੈ ਵੀ ਡੂੰਗੀ ਤੁਲਾ ਪੁਰਾਣਾ, ਜਿਹੜੀ ਨਦੀ 'ਚੋਂ ਮੈਂ ਤਰਨੇ ਉਹ ਵੀ ਡੂੰਗੀ ਹੈ, ਤੇ ਜਿਹੜੀ ਮੇਰੀ ਬੇੜੀ ਹੈ ਤੁਲਾ ਉਹ ਵੀ ਪੁਰਾਣੀ ਹੈ, ਜਰਜਰ ਹੈ। ਸੀਹਾਂ ਤਾਂ ਪੱਤਨ ਮੱਲੇ, ਉਸ ਦੇ ਪੱਤਣਾਂ ਦੇ ਉੱਤੇ ਕਿਨਾਰਿਆਂ ਤੇ ਸ਼ੇਰ ਖੜੇ ਨੇ, ਸਭ ਖਤਰੇ ਦੀਆਂ ਘੰਟੀਆਂ। ਕਿ ਇਹ ਜਿਹੜਾ ਪਿਆਰ ਦਾ ਰਸਤਾ ਹੈ ਰੱਬ ਨੂੰ ਪਾਉਣ ਦਾ, ਇਸ ਦੇ ਵਿੱਚ ਇਹ ਕੁਝ ਵਾਪਰ ਨੇ। ਜੇ ਕੋਈ ਖਬਰ ਮਿੱਤਰਾਂ ਦੀ ਲਿਆਵੇ, ਮੈਂ ਹੱਥ ਦੇ ਦੇਣੀ ਆ ਛੱਲੇ, ਕਿ ਮੈਂ ਸਾਰਾ ਕੁਝ ਕੁਰਬਾਨ ਕਰਨ ਨੂੰ ਤਿਆਰ ਹਾਂ ਜੇ ਕੋਈ ਮੇਰੇ ਪਿਆਰੇ ਦੀ ਉਸ
ਖਬਰ ਨੂੰ ਦੱਸੇ ਦੇ ਰਾਤੀ ਦਰਦ ਦਿਨੇ ਦਰਮਾਂਦੀ। ਰਾਤ ਵੀ ਮੈਂ ਦਰਦ ਚ ਗੁਜ਼ਾਰਦੀ ਹਾਂ, ਦਿਨ ਵੇਲੇ ਵੀ ਮੈਂ ਦਰਦ ਚ। ਘਾਓ ਮਿੱਤਰਾਂ ਦੇ ਅੱਲੇ, ਇਹ ਜਿਹੜੇ ਜ਼ਖਮ ਨੇ ਪਿਆਰੇ ਦੇ ਦਿੱਤੇ ਹੋਏ ਬੜੇ ਅੱਲੇ ਨੇ। ਰਾਂਝਾ ਯਾਰ ਤਬੀਬ ਸੁਣੀਦਾ। ਤਬੀਬ ਜਿਹੜਾ ਉਹ ਹਕੀਮ ਨੂੰ, ਵੈਦ ਨੂੰ, ਇਲਾਜ ਕਰਨ ਵਾਲੇ ਨੂੰ ਕਹਿੰਦੇ ਨੇ ਰਾਂਝਾ ਯਾਰ ਤਬੀਬ ਸੁਣੇ, ਕਿ ਮੇਰਾ ਇਲਾਜ ਜਿਹੜਾ ਉਹ ਪਿਆਰੇ ਦਾ ਮਿਲਣ ਹੈ, ਰੱਬ ਨਾਲ ਮਿਲਾਪ ਹੈ। ਮੈਂ ਤਨ ਦਰਦ ਅਵੱਲੇ, ਮੇਰੀ ਪੀੜ ਨੂੰ ਸਿਰਫ ਨਿਰੰਕਾਰ ਦਾ ਮੇਲ ਹੀ ਜਿਹੜਾ ਉਸ ਬਿਰਹਾ ਨੂੰ, ਬੈਰਾਗ ਨੂੰ ਸੰਤੁਸ਼ਟ ਕਰ ਸਕਦਾ ਹੈ। ਕਹਿ ਹੁਸੈਨ ਫਕੀਰ ਨਿਮਾਣਾ, ਸਾਈਂ ਸੁਨੇੜੇ ਘੱਲੇ, ਕਿ ਉਹ ਰੱਬ ਦਾ ਫਕੀਰ ਹੁਸੈਨ ਹੈ, ਕਹਿੰਦਾ ਕਿ ਹੇ ਸਾਈਂ ਤੂੰ ਸੁਨੇਹਾ ਘੱਲ ਤੇ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਇਹੀ ਗੱਲ ਮੈਨੂੰ ਤ੍ਰਿਪਤ ਕਰ ਸਕਦੀ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।